ਦੋਸਤੋ ਸਕਸੈਸ ਪੁਆਇੰਟ ਦੇ ਈ-ਲਰਨਿੰਗ ਚੈਨਲ ਸੀਈਟੀ ਪੇਪਰ ਤੇ ਮੈਂ ਤੁਹਾਡਾ ਸਭ ਦਾ ਸਵਾਗਤ ਕਰਦਾ। ਅੱਜ ਐਂਸ਼ੀਅੰਟ ਹਿਸਟਰੀ ਦੀ ਆਪਣੀ ਤੀਸਰੀ ਕਲਾਸ ਹੈ ਜੀ, ਜਿਸ ਦੇ ਵਿੱਚ ਆਪਾਂ ਬੁੱਧਿਜ਼ਮ ਜੋ ਟੌਪਿਕ ਹੈ ਉਸ ਨੂੰ ਕਵਰ ਕਰਾਂਗੇ। ਇਸ ਤੋਂ ਪਹਿਲਾਂ ਸਾਡੀਆਂ ਦੋ ਕਲਾਸਿਸ ਨੇ ਉਹ ਆ ਚੁੱਕੀਆਂ ਨੇ। ਫਸਟ ਕਲਾਸ ਦੇ ਵਿੱਚ ਆਪਾਂ ਇੰਡਸ ਵੈਲੀ ਸਿਵਲਾਈਜੇਸ਼ਨ ਹੈ ਉਸ ਦਾ ਟੌਪਿਕ ਕੀਤਾ ਸੀ, ਔਰ ਸੈਕਿੰਡ ਕਲਾਸ ਦੇ ਵਿੱਚ ਆਪਾਂ ਵੈਦਿਕ ਕਲਚਰ ਹੈ ਜੋ ਉਸ ਨੂੰ ਕਵਰ ਕੀਤਾ ਹੈ। ਤਾਂ ਤੁਸੀਂ ਉਹ ਜੋ ਦੋ ਫਸਟ ਲੈਕਚਰ ਨੇ ਉਹ ਵੀ ਜ਼ਰੂਰ ਦੇਖ ਲਿਓ। ਤੁਸੀਂ ਸਾਡਾ ਟੈਲੀਗ੍ਰਾਮ ਗਰੁੱਪ ਹੈ ਉਸ ਨੂੰ ਵੀ ਜੁਆਇਨ ਕਰ ਸਕਦੇ ਹੋ, ਜਿਸ ਦਾ ਲਿੰਕ ਹੈ ਜੋ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੈ, ਔਰ ਸਾਡੇ WhatsApp ਗਰੁੱਪ ਨਾਲ ਵੀ ਜੁੜ ਸਕਦੇ ਹੋ, ਜਿਸ ਦਾ ਲਿੰਕ ਵੀ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ। ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਔਰ ਸੈਸ਼ਨ ਨੂੰ ਸ਼ੇਅਰ ਕਰ ਦਿਓ। ਸੋ ਅੱਜ ਦਾ ਆਪਣਾ ਟੌਪਿਕ ਹੈ ਜੀ, ਉਹ ਹੈ ਬੁੱਧਿਜ਼ਮ। ਸੋ ਬੁੱਧਿਜ਼ਮ ਕਰਨ ਤੋਂ ਪਹਿਲਾਂ ਸਭ ਤੋਂ ਜੋ ਮੇਨ ਗੱਲ ਆਉਂਦੀ ਹੈ ਉਹ ਹੈ ਬੁੱਧਿਜ਼ਮ ਦੇ ਜੋ ਤਿੰਨ ਪਿੱਲਰ ਨੇ, ਮਤਲਬ ਜੋ ਤਿੰਨ ਸਤੰਭ ਨੇ ਜਿਨ੍ਹਾਂ ਤੇ ਬੁੱਧਿਜ਼ਮ ਹੈ ਜੋ ਉਹ ਟਿਕਿਆ ਹੈ, ਜਿਸ ਨੂੰ ਤ੍ਰਿਰਤਨ ਵੀ ਆਖਿਆ ਜਾਂਦਾ ਹੈ। ਸੋ ਸਭ ਤੋਂ ਜੋ ਪਹਿਲਾ ਸਤੰਭ ਹੈ ਉਸ ਨੂੰ ਬੁੱਧ ਕਿਹਾ ਜਾਂਦਾ ਹੈ, ਜੋ ਕਿ ਇਹਨਾਂ ਦੇ ਫਾਊਂਡਰ ਨੇ ਮਹਾਤਮਾ ਬੁੱਧ ਜੀ, ਉਹਨਾਂ ਨੂੰ ਕਿਹਾ ਜਾਂਦਾ ਹੈ। ਸੈਕਿੰਡ ਹੈ ਜੀ ਧੰਮ, ਜੋ ਕਿ ਉਹਨਾਂ ਦੀਆਂ ਟੀਚਿੰਗਸ ਨੇ, ਮਹਾਤਮਾ ਬੁੱਧ ਨੇ ਜੋ ਸਿੱਖਿਆਵਾਂ ਦਿੱਤੀਆਂ ਉਹ ਸੈਕਿੰਡ ਜੋ ਹੈ ਸਤੰਭ ਧੰਮ ਦੇ ਵਿੱਚ ਆਉਂਦੀਆਂ ਹਨ। ਉਸ ਤੋਂ ਬਾਅਦ ਤੀਸਰਾ ਜੋ ਹੈ ਜੀ ਸਤੰਭ ਉਹ ਹੈ ਸੰਘ, ਜੋ ਮਹਾਤਮਾ ਬੁੱਧ ਤੋਂ ਬਾਅਦ ਉਹਨਾਂ ਨੂੰ ਜੋ ਉਹਨਾਂ ਦੇ ਫੋਲੋਅਰਸ ਨੇ ਜਾਂ ਮੌਂਕਸ ਨਨਸ ਨੇ, ਉਹਨਾਂ ਦਾ ਜੋ ਜ਼ਿਕਰ ਹੈ ਉਹ ਤੀਜੇ ਸਤੰਭ ਸੰਘ ਦੇ ਵਿੱਚ ਹੁੰਦਾ ਹੈ। ਸੋ ਸਭ ਤੋਂ ਪਹਿਲੇ ਜੋ ਪਿੱਲਰ ਹੈ ਬੁੱਧ, ਉਸ ਤੋਂ ਆਪਾਂ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਬੁੱਧ ਦਾ ਜੋ ਮਤਲਬ ਹੈ, ਮੀਨਿੰਗ ਹੈ, ਉਹ ਇਹੀ ਹੈ ਐਨਲਾਈਟਨਡ ਵਨ, ਮਤਲਬ ਇੱਕ ਗਿਆਨੀ ਪੁਰਖ। ਬੁੱਧ ਸ਼ਬਦ ਦਾ ਜੋ ਮਤਲਬ ਹੈ ਉਹ ਹੈ ਇੱਕ ਗਿਆਨੀ ਪੁਰਖ, ਐਨਲਾਈਟਨਡ ਵਨ। ਸੋ ਇਹਨਾਂ ਦਾ ਜੋ ਬਚਪਨ ਦਾ ਨਾਮ ਸੀ ਉਹ ਸਿਧਾਰਥ ਸੀ ਜੀ। ਮਹਾਤਮਾ ਬੁੱਧ ਦਾ ਬਚਪਨ ਦਾ ਨਾਮ ਸਿਧਾਰਥ ਸੀ, ਔਰ ਉਹਨਾਂ ਨੂੰ ਸਾਕਿਆ ਮੁਨੀ ਵੀ ਆਖਿਆ ਜਾਂਦਾ ਸੀ ਔਰ ਤਥਗਤ ਵੀ ਆਖਿਆ ਜਾਂਦਾ ਸੀ। ਸਾਕਿਆ ਮੁਨੀ ਇਸ ਕਰਕੇ ਆਖਿਆ ਜਾਂਦਾ ਕਿਉਂਕਿ ਉਹਨਾਂ ਦਾ ਜੋ ਕਲੈਨ ਸੀ ਉਹ ਸਾਕਿਆ ਕਬੀਲੇ ਨਾਲ ਬਿਲੋਂਗ ਕਰਦੇ ਸਨ, ਇਸੇ ਕਰਕੇ ਉਹਨਾਂ ਨੂੰ ਸਾਕਿਆ ਮੁਨੀ ਵੀ ਆਖਿਆ ਜਾਂਦਾ ਸੀ। ਮਹਾਤਮਾ ਬੁੱਧ ਦਾ ਜਨਮ 563 BC ਦੇ ਵਿੱਚ ਹੋਇਆ ਸੀ, ਔਰ ਉਹਨਾਂ ਦਾ ਜੋ ਜਨਮ ਦਾ ਸਿੰਬਲ ਸੀ ਉਹ ਸੀ ਲੋਟਸ ਅਤੇ ਬੁੱਲ। ਉਹਨਾਂ ਦਾ ਜਨਮ ਵਿਸਾਖ ਪੂਰਨਿਮਾ ਵਾਲੇ ਦਿਨ ਹੋਇਆ ਸੀ ਜੀ, ਔਰ ਉਹਨਾਂ ਦਾ ਜੋ ਜਨਮ ਸੀ ਉਹ ਨੇਪਾਲ ਦੇ ਕਪਿਲਵਸਤੂ ਦੇ ਨੇੜੇ ਲੁੰਬਨੀ ਵਿੱਚ ਹੋਇਆ ਸੀ। ਮਹਾਤਮਾ ਬੁੱਧ ਦੇ ਪਿਤਾ ਜੀ ਦਾ ਨਾਮ ਸਦੋਦਨਾ ਸੀ, ਔਰ ਜੋ ਕਿ ਸਾਕਿਆ ਕਬੀਲੇ ਦੇ ਰਾਜਾ ਸਨ। ਉਹਨਾਂ ਦੇ ਮਾਤਾ ਜੀ ਦਾ ਨਾਮ ਮਹਾਮਾਇਆ ਸੀ, ਜੋ ਕਿ ਕੌਸ਼ਾਲਾ ਡਾਇਨੈਸਟੀ ਤੋਂ ਆਏ ਸਨ। ਮਹਾਤਮਾ ਬੁੱਧ ਨੂੰ ਜਨਮ ਦੇਣ ਤੋਂ 7 ਦਿਨ ਬਾਅਦ ਉਹਨਾਂ ਦੇ ਮਾਤਾ ਦੀ ਮੌਤ ਹੋ ਗਈ ਸੀ, ਅਤੇ ਇਸ ਤੋਂ ਬਾਅਦ ਇਹਨਾਂ ਦਾ ਜੋ ਪਾਲਣ ਪੋਸ਼ਣ ਸੀ ਉਹ ਗੌਤਮੀ ਨੇ ਕੀਤਾ ਸੀ। ਮਹਾਤਮਾ ਬੁੱਧ ਦਾ ਵਿਆਹ 16 ਸਾਲ ਦੀ ਉਮਰ ਦੇ ਵਿੱਚ ਯਸ਼ੋਧਰਾ ਨਾਲ ਹੋਇਆ ਸੀ, ਅਤੇ ਇਸ ਤੋਂ ਬਾਅਦ ਇਹਨਾਂ ਦਾ ਇੱਕ ਬੇਟਾ ਸੀ ਜਿਸ ਦਾ ਨਾਮ ਰਾਹੁਲ ਸੀ। ਅਤੇ 29 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ 4 ਦੁੱਖ ਦੇਖੇ। ਤਾਂ ਇਹਨਾਂ 4 ਦੁੱਖ ਦਾ ਜ਼ਿਕਰ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਇੱਕ ਕਹਾਣੀ ਹੈ ਜੋ ਕਾਫੀ ਫੇਮਸ ਹੈ। ਮਤਲਬ ਕਿ ਜਦੋਂ ਮਹਾਤਮਾ ਬੁੱਧ ਦਾ ਜਨਮ ਹੋਇਆ ਸੀ ਤਾਂ ਉਹਨਾਂ ਦੇ ਪਿਤਾ ਨੂੰ ਇੱਕ ਪੁਜਾਰੀ ਨੇ ਕਿਹਾ ਸੀ ਕਿ ਇਹਨਾਂ ਨੂੰ ਕਦੀ ਕੋਈ ਦੁੱਖ ਨਾ ਦੇਖਣ ਦਿੱਤਾ ਜਾਵੇ। ਅਗਰ ਇਹਨਾਂ ਨੇ ਕਦੀ ਕੋਈ ਦੁੱਖ ਦੇਖ ਲਿਆ ਤਾਂ ਇਹ ਸੰਨਿਆਸੀ ਬਣ ਜਾਣਗੇ। ਤਾਂ ਤੁਹਾਨੂੰ ਪਤਾ ਹੀ ਹੈ ਕਿ ਕੋਈ ਵੀ ਰਾਜਾ ਹੁੰਦਾ ਤਾਂ ਇਹ ਕਦੇ ਵੀ ਨਹੀਂ ਚਾਹੁੰਦਾ ਕਿ ਉਹਨਾਂ ਦਾ ਜੋ ਬੇਟਾ ਹੈ ਕਿ ਉਹ ਅੱਗੇ ਜਾ ਕੇ ਸੰਨਿਆਸੀ ਬਣੇ। ਤਾਂ ਹਰੇਕ ਰਾਜਾ ਦੀ ਇੱਕ ਇੱਛਾ ਹੁੰਦੀ ਹੈ ਕਿ ਉਹਨਾਂ ਦਾ ਜੋ ਬੇਟਾ ਹੈ ਉਹ ਵੀ ਅੱਗੇ ਰਾਜਾ ਬਣੇ, ਰਾਜ ਸੰਭਾਲੇ। ਤਾਂ ਉਹਨਾਂ ਨੇ ਜੋ ਸਦੋਦਨਾ ਸੀ, ਮਹਾਤਮਾ ਬੁੱਧ ਦੇ ਪਿਤਾ ਜੀ ਸਨ, ਉਹਨਾਂ ਨੇ ਮਹਾਤਮਾ ਬੁੱਧ ਲਈ ਇੱਕ ਸਪੈਸ਼ਲ ਜੋ ਸੀ ਮਹਿਲ ਬਣਵਾਇਆ, ਜਿਸ ਦੇ ਵਿੱਚ ਹਰ ਇੱਕ ਸਹੂਲਤ ਸੀ ਜੋ ਉਹ ਉਹਨਾਂ ਨੂੰ ਮੁਹੱਈਆ ਕਰਵਾਈ, ਤਾਂ ਜੋ ਕਦੇ ਵੀ ਮਹਾਤਮਾ ਬੁੱਧ ਹੈ ਉਹ ਦੁੱਖ ਨਾ ਦੇਖ ਸਕਣ। ਪਰ 29 ਸਾਲ ਦੀ ਉਮਰ ਹੁੰਦੇ ਹੁੰਦੇ ਉਹ ਇੱਕ ਦਿਨ ਮਹਿਲ ਤੋਂ ਬਾਹਰ ਆ ਕੇ ਆਪਣੇ ਜੋ ਰੱਥ ਚਲਾਉਂਦੇ ਸਨ, ਚੰਨ, ਜਿਸ ਦਾ ਨਾਮ ਸੀ ਚੰਨ ਜੀ, ਉਹਨਾਂ ਨਾਲ ਉਹ ਬਾਹਰ ਗਏ ਅਤੇ ਉਹਨਾਂ ਨੇ ਇਹ 4 ਦੁੱਖ ਦੇਖ ਲਏ। ਸੋ ਇਹ 4 ਦੁੱਖ ਕੀ ਸਨ ਜੀ ਉਹਨਾਂ ਨੇ ਜੋ ਦੇਖੇ? ਇੱਕ ਓਲਡ ਮੈਨ ਦੇਖਿਆ ਜੀ, ਤਾਂ ਉਹਨਾਂ ਨੇ ਕਦੇ ਓਲਡ ਮੈਨ ਦੇਖਿਆ ਹੀ ਨਹੀਂ ਸੀ, ਮਤਲਬ ਇੱਕ ਬਜ਼ੁਰਗ ਜੋ ਬੰਦਾ ਉਹ ਕਦੇ ਦੇਖਿਆ ਨਹੀਂ ਸੀ। ਤਾਂ ਉਹਨਾਂ ਨੇ ਦੇਖਿਆ ਵੀ ਇਹ ਕੀ ਹੈ, ਤਾਂ ਉਹਨਾਂ ਦੇ ਜੋ ਨਾਲ ਉਹਨਾਂ ਦੇ ਰੱਥ ਚਲਾਉਂਦੇ ਸਨ ਚੰਨ, ਉਹਨਾਂ ਨੇ ਦੱਸਿਆ ਕਿ ਜੇ ਇਹ ਬਜ਼ੁਰਗ ਨੇ ਤਾਂ ਜੋ ਸਾਰੇ ਮਨੁੱਖ ਨੇ ਉਹ ਇੱਕ ਦਿਨ ਕੀ ਨੇ, ਬਜ਼ੁਰਗ ਹੁੰਦੇ ਨੇ।
ਤਾਂ ਅੱਗੇ ਜਾ ਕੇ ਉਹਨਾਂ ਨੇ ਕੀ ਦੇਖਿਆ, ਇੱਕ ਸਿੱਕ ਮੈਨ, ਇੱਕ ਬਿਮਾਰ ਆਦਮੀ ਦੇਖਿਆ। ਤਾਂ ਉਹਨਾਂ ਨੇ ਪੁੱਛਿਆ ਚੰਨ ਤੋਂ ਕਿ ਇਹ ਜੋ ਹੈ ਮਨੁੱਖ, ਇਸ ਨੂੰ ਕੀ ਹੋਇਆ ਹੈ। ਤਾਂ ਚੰਨ ਨੇ ਹੈ ਜੋ ਇਹ ਚੀਜ਼ ਦੱਸੀ ਕਿ ਇਹ ਇੱਕ ਬਿਮਾਰ ਆਦਮੀ ਹੈ। ਤਾਂ ਹਰ ਇੱਕ ਜੋ ਆਦਮੀ ਆ ਉਹ ਇੱਕ ਦਿਨ ਬਿਮਾਰ ਤਾਂ ਹੁੰਦਾ ਹੀ ਹੈ। ਤਾਂ ਅੱਗੇ ਜਾ ਕੇ ਇੱਕ ਉਹਨਾਂ ਨੇ ਦੇਖਿਆ ਕੋਰਪਸ, ਇੱਕ ਮੁਰਦਾ ਦੇਖਿਆ। ਤਾਂ ਇਹ ਵੀ ਗੱਲ ਮਹਾਤਮਾ ਬੁੱਧ ਜੀ ਨੇ ਪੁੱਛੀ। ਤਾਂ ਅੱਗੋਂ ਚੰਨ ਨੇ ਜਵਾਬ ਦਿੱਤਾ ਕਿ ਇਹ ਇੱਕ ਮੁਰਦਾ ਹੈ ਤੇ ਹਰ ਇੱਕ ਮਨੁੱਖ ਇੱਕ ਨਾ ਇੱਕ ਦਿਨ ਜ਼ਰੂਰ ਉਸ ਦੀ ਮੌਤ ਹੁੰਦੀ ਹੈ। ਅਤੇ ਆਖਿਰ ਦੇ ਵਿੱਚ ਉਹਨਾਂ ਨੇ ਇੱਕ ਐਸਟਿਕ ਦੇਖਿਆ, ਸੰਨਿਆਸੀ ਪੁਰਖ ਦੇਖਿਆ। ਉਹਨਾਂ ਨੇ ਪੁੱਛਿਆ ਕਿ ਇਹ ਕੌਣ ਹੈ। ਤਾਂ ਉਹਨਾਂ ਨੇ ਦੱਸਿਆ ਕਿ ਇਹ ਇੱਕ ਸੰਸਾਰ ਦੀ ਦੁਨਿਆਵੀ ਤੋਂ ਦੂਰ ਇੱਕ ਸੰਨਿਆਸੀ ਹੈ, ਜਿਸ ਨੂੰ ਜੋ ਦੁਨੀਆ ਤੋਂ ਕਾਫੀ ਦੂਰ ਰਹਿੰਦੇ ਹਨ। ਤਾਂ ਮਹਾਤਮਾ ਬੁੱਧ ਨੇ ਇੱਥੇ ਇਹ ਫੈਸਲਾ ਕਰ ਲਿਆ ਕਿ ਉਹ ਵੀ ਇੱਕ ਸੰਨਿਆਸੀ ਬਣਨਗੇ। ਤਾਂ 29 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਪਣਾ ਜੋ ਹੈ ਉਹ ਮਹਿਲ ਛੱਡ ਦਿੱਤਾ ਅਤੇ ਆਪਣੇ ਘੋੜੇ ਕੰਥਕ ਨਾਲ ਸੱਚ ਦੀ ਭਾਲ ਦੇ ਵਿੱਚ ਨਿਕਲ ਪਏ। ਤਾਂ ਇਸ ਘਟਨਾ ਨੂੰ ਬੁੱਧ ਧਰਮ ਦੇ ਵਿੱਚ ਮਹਾ ਵਿਨਿਸ਼ਕਰਮਨ ਆਖਿਆ ਜਾਂਦਾ ਹੈ। ਤਾਂ also called the great renunciation। ਸੋ ਇਹਨਾਂ ਦਾ ਆਪਣੇ ਘਰ ਜਦੋਂ ਇਹਨਾਂ ਨੇ ਆਪਣਾ ਜੋ ਹੈ ਮਹਿਲ ਛੱਡਿਆ, ਉਸ ਦਾ ਸਿੰਬਲ ਸੀ, ਉਹ ਸੀ ਹਾਰਸ। ਸੋ ਅੱਗੇ ਆਉਂਦੇ ਆ ਜੀ। ਉਸ ਤੋਂ ਬਾਅਦ ਉਹਨਾਂ ਨੇ ਆਪਣਾ ਜੋ ਸੱਚ ਦੀ ਭਾਲ ਦੇ ਲਈ ਜੋ ਰਾਸਤਾ ਚੁਣਿਆ, ਉਸ ਦੇ ਵਿੱਚ ਉਹ ਸਭ ਤੋਂ ਪਹਿਲਾਂ ਉਹਨਾਂ ਨੇ ਅਲਾਰਾ ਕਲਾਮ ਨਾਲ ਤਪੱਸਿਆ ਕੀਤੀ। ਸੋ ਕੁਝ ਸਮੇਂ ਬਾਅਦ ਅਲਾਰਾ ਕਲਾਮ ਨੂੰ ਵੀ ਉਹਨਾਂ ਨੇ ਛੱਡ ਦਿੱਤਾ ਅਤੇ ਫਿਰ ਉਹ ਉਦੱਕਾ ਰਾਮਪੁੱਤ ਨਾਲ ਜਾ ਕੇ ਉਹਨਾਂ ਨਾਲ ਤਪੱਸਿਆ ਕਰਨੀ ਸ਼ੁਰੂ ਕੀਤੀ। ਪਰ ਕੁਝ ਸਮੇਂ ਬਾਅਦ ਉਹਨਾਂ ਨੇ ਉਦੱਕਾ ਰਾਮਪੁੱਤ ਨੂੰ ਵੀ ਛੱਡ ਦਿੱਤਾ ਅਤੇ ਉਸ ਤੋਂ ਬਾਅਦ ਉਹ ਇੱਕ 5 ਸੰਨਿਆਸੀ ਸੀ ਜੋ ਉਹਨਾਂ ਨਾਲ ਜਾ ਕੇ ਜੁੜੇ, ਜਿਨ੍ਹਾਂ ਦਾ ਨਾਮ ਹੈ ਜੀ ਕੌਂਡਨ, ਵਪ, ਭਾਦਿਆ, ਮਹਾਨਾਮਾ ਔਰ ਅਸਗੀ। ਤਾਂ ਇਹਨਾਂ ਨਾਲ ਜੰਗਲ ਦੇ ਵਿੱਚ ਜਾ ਕੇ ਇੱਕ ਤਪੱਸਿਆ ਕਰਨੀ ਸ਼ੁਰੂ ਕੀਤੀ। ਤਾਂ ਜੀ 6 ਸਾਲ ਤਪੱਸਿਆ ਕਰਨ ਤੋਂ ਬਾਅਦ ਜੋ ਮਹਾਤਮਾ ਬੁੱਧ ਜੀ ਦਾ ਜੋ ਸਰੀਰ ਸੀ ਉਹ ਬਿਲਕੁਲ ਹੱਡੀਆਂ ਦਾ ਪਿੰਜਰ ਬਣ ਕੇ ਰਹਿ ਗਿਆ। ਤਾਂ ਇੱਥੋਂ ਇਹ ਸੁਣਿਆ ਜਾਂਦਾ ਹੈ ਕਿ 35 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਕਿਸੇ ਤੋਂ ਕੁਝ ਲੈ ਕੇ ਸੀ ਜੋ ਉਹ ਖਾ ਲਿਆ ਸੀ। ਤਾਂ ਇਸ ਚੀਜ਼ ਨੂੰ ਦੇਖ ਕੇ ਜੋ ਉਹਨਾਂ ਦੇ 5 ਸਾਥੀ ਸਨ, ਤਾਂ ਉਹ ਉੱਥੋਂ ਚਲੇ ਗਏ। ਪਰ ਉਸ ਤੋਂ ਬਾਅਦ ਮਹਾਤਮਾ ਬੁੱਧ ਜੀ ਨੂੰ ਇਸ ਚੀਜ਼ ਦਾ ਗਿਆਨ ਹੋਇਆ ਕਿ ਜੋ ਇਹ ਸਰੀਰ ਹੈ ਇਹ ਪਰਮਾਤਮਾ ਦੀ ਦੇਣ ਹੈ, ਸੋ ਇਸ ਨੂੰ ਕਸ਼ਟ ਨਹੀਂ ਦੇਣਾ ਚਾਹੀਦਾ। ਤਾਂ ਉਹਨਾਂ ਨੂੰ ਇਸ ਤੋਂ ਬਾਅਦ ਕੀ ਹੋਇਆ, 35 ਸਾਲ ਦੀ ਉਮਰ ਦੇ ਵਿੱਚ ਹੀ ਗਿਆਨ ਦੀ ਪ੍ਰਾਪਤੀ ਹੋਈ, ਜਿਸ ਨੂੰ ਨਿਰਵਾਣ ਆਖਿਆ ਜਾਂਦਾ ਹੈ। ਸੋ ਇਹ ਜੋ ਗਿਆਨ ਦੀ ਪ੍ਰਾਪਤੀ ਹੋਈ ਸੀ ਜੀ, ਇਹ ਹੋਈ ਸੀ ਗਿਆ ਨਾਮ ਦੀ ਜਗ੍ਹਾ ਦੇ ਵਿੱਚ, ਜੋ ਕਿ ਮਗਧ ਦੇ ਵਿੱਚ ਹੈ, ਜਿਸ ਨੂੰ ਬਿਹਾਰ ਵੀ ਆਖਿਆ ਜਾਂਦਾ ਹੈ। ਸੋ ਜੋ ਇਹ ਨਿਰਵਾਣ ਦੀ ਪ੍ਰਾਪਤੀ ਹੋਈ ਸੀ ਉਹ ਨਿਰੰਜਨ ਰੀਵਰ ਦੇ ਕੰਢੇ ਹੋਈ ਸੀ ਜੀ, ਔਰ ਪੀਪਲ ਟਰੀ ਦੇ ਇਹ ਨੀਚੇ ਸਨ। ਸੋ ਇਸ ਚੀਜ਼ ਦਾ ਜੋ ਸਿੰਬਲ ਸੀ ਉਹ ਬੋਧ ਟਰੀ ਸੀ। ਤਾਂ ਇਸ ਤੋਂ ਬਾਅਦ ਮਹਾਤਮਾ ਬੁੱਧ ਜੀ ਨੇ ਆਪਣਾ ਜੋ ਪਹਿਲਾ ਉਪਦੇਸ਼ ਸੀ ਉਹ ਉਹੀ 5 ਸੰਨਿਆਸੀਆਂ ਨੂੰ ਦਿੱਤਾ ਸੀ ਜੋ ਇਹਨਾਂ ਨਾਲ ਜੰਗਲ ਵਿੱਚ ਤਪੱਸਿਆ ਕਰ ਰਹੇ ਸਨ। ਤਾਂ ਇਹ ਜੋ ਇਹਨਾਂ ਨੇ ਆਪਣਾ ਫਸਟ ਸਰਮਨ ਸੀ ਉਹ ਦਿੱਤਾ ਸੀ ਜੀ ਸਾਰਨਾਥ ਦੀ ਜਗ੍ਹਾ ਦੇ ਵਿੱਚ, ਮੀਰਾਬਾਗ ਕਿਹਾ ਜਾਂਦਾ, ਜਿਸ ਨੂੰ ਯੂਪੀ ਦੇ ਵਿੱਚ ਹੈ ਇਹ। ਤਾਂ ਇਸ ਘਟਨਾ ਨੂੰ ਬੁੱਧ ਧਰਮ ਦੇ ਵਿੱਚ ਧਰਮ ਚੱਕਰ ਪਰਿਵਰਤਨ ਆਖਿਆ ਜਾਂਦਾ ਹੈ ਜੀ, ਆਲਸੋ ਕਾਲਡ ਟਰਨਿੰਗ ਆਫ ਦੀ ਵੀਲ ਆਫ ਲਾ। ਇਸ ਦਾ ਜੋ ਸਿੰਬਲ ਸੀ ਉਹ ਸੀ ਵੀਲ। ਤਾਂ 80 ਸਾਲ ਦੀ ਉਮਰ ਦੇ ਵਿੱਚ ਮਹਾਤਮਾ ਬੁੱਧ ਜੀ ਜੋ ਸੀ ਉਹਨਾਂ ਦੀ ਮੌਤ ਹੋ ਗਈ। ਇਸ ਘਟਨਾ ਨੂੰ ਮਹਾਪਰਿਨਿਰਵਾਣ ਆਖਿਆ ਜਾਂਦਾ ਹੈ। ਔਰ ਉਹਨਾਂ ਨੇ ਆਪਣਾ ਜੋ ਆਖਰੀ ਸਮਾਂ ਸੀ ਉਹ ਕੁਸ਼ੀਨਗਰ ਵਿੱਚ ਬਿਤਾਇਆ ਤੇ 483 BC ਵਿੱਚ ਉਹਨਾਂ ਦੀ ਮੌਤ ਹੋ ਗਈ। ਇਸ ਘਟਨਾ ਨੂੰ ਦਾ ਜੋ ਸਿੰਬਲ ਹੈ ਉਹ ਹੈ ਸਤੂਪ। ਮਹਾਤਮਾ ਬੁੱਧ ਜੀ ਨੇ ਆਪਣਾ ਜੋ ਆਖਰੀ ਉਪਦੇਸ਼ ਸੀ ਉਹ ਵੈਸ਼ਾਲੀ ਵਿੱਚ ਆਨੰਦ ਨੂੰ ਦਿੱਤਾ ਸੀ। ਇੱਕ ਗੌਡ ਕਿੰਗ ਸੀ ਜੀ ਸ਼ਸ਼ੰਕ, ਉਸਨੇ 7ਵੀਂ ਸੈਂਚਰੀ ਦੇ ਵਿੱਚ ਬੋਧ ਟਰੀ ਸੀ ਜੋ ਉਸਨੂੰ ਕਟਵਾ ਦਿੱਤਾ ਸੀ। ਇਸ ਤੋਂ ਬਾਅਦ ਅਗਲਾ ਸਤੰਭ ਆਉਂਦਾ ਜੀ ਧੰਮ।
ਤਾਂ ਧੰਮ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਆਉਂਦੀ ਹੈ ਜੀ 4 ਸੱਚ, ਮਤਲਬ 4 ਗ੍ਰੇਟ ਟਰੁੱਥ। ਮਤਲਬ ਉਹਨਾਂ ਨੇ ਗਿਆਨ ਦੀ ਪ੍ਰਾਪਤੀ ਬਾਅਦ ਇਹ ਮਹਿਸੂਸ ਕੀਤਾ ਕਿ ਸੰਸਾਰ ਦੇ 4 ਸੱਚ ਹਨ, ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿ ਦੀ ਵਰਲਡ ਇਜ਼ ਫੁੱਲ ਆਫ ਸੋਰੋ ਐਂਡ ਮਾਈਜ਼ਰੀ, ਜਿਸ ਦਾ ਮਤਲਬ ਹੈ ਕਿ ਸੰਸਾਰ ਇੱਕ ਦੁੱਖਾਂ ਅਤੇ ਤਕਲੀਫਾਂ ਦਾ ਘਰ ਹੈ। ਤਾਂ ਦੂਸਰਾ ਸੱਚ ਉਹਨਾਂ ਨੇ ਕਿਹਾ ਕਿ cause of all pains and misery is desire, ਮਤਲਬ ਇਹਨਾਂ ਦੁੱਖਾਂ ਅਤੇ ਤਕਲੀਫਾਂ ਦਾ ਜੋ ਕਾਰਨ ਹੈ ਉਹ ਇੱਛਾਵਾਂ ਹਨ। ਤਾਂ ਨੈਕਸਟ ਉਹਨਾਂ ਨੇ ਕਿਹਾ ਕਿ ਜੋ ਇਹਨਾਂ ਤਕਲੀਫਾਂ ਅਤੇ ਦੁੱਖ ਨੂੰ ਅਗਰ ਆਪਾਂ ਘਟਾਉਣਾ ਹੈ ਤਾਂ ਆਪਾਂ ਨੂੰ ਆਪਣੀਆਂ ਜੋ ਇੱਛਾਵਾਂ ਨੇ ਉਹਨਾਂ ਤੇ ਕੰਟਰੋਲ ਕਰਨਾ ਪਵੇਗਾ। ਤਾਂ ਚੌਥੇ ਸੱਚ ਵਿੱਚ ਉਹਨਾਂ ਨੇ ਕਿਹਾ ਕਿ ਜੋ ਇੱਛਾਵਾਂ ਨੇ ਉਹਨਾਂ ਨੂੰ ਆਪਾਂ ਇਹਨਾਂ 8 ਤਰੀਕਿਆਂ ਨਾਲ ਹੈ ਜੋ ਉਹ ਕੰਟਰੋਲ ਕਰ ਸਕਦੇ ਹਾਂ। ਤਾਂ ਉਹਨਾਂ 8 ਤਰੀਕਿਆਂ ਨੂੰ ਜੀ ਅਸ਼ਟ ਮਾਰਗ ਕਿਹਾ ਜਾਂਦਾ ਹੈ। ਤਾਂ ਉਹ 8 ਤਰੀਕੇ ਇਹ ਨੇ: ਰਾਈਟ ਫੇਥ, ਰਾਈਟ ਥਾਟ, ਰਾਈਟ ਐਕਸ਼ਨ, ਰਾਈਟ ਲਿਵਲੀਹੁੱਡ, ਰਾਈਟ ਐਫਰਟਸ, ਰਾਈਟ ਸਪੀਚ, ਰਾਈਟ ਰਿਮੈਂਬਰੈਂਸ, ਰਾਈਟ ਕੰਸੈਂਟਰੇਸ਼ਨ। ਸੋ ਇਹ 8 ਤਰੀਕੇ ਨੇ ਮਤਲਬ ਜਿਨ੍ਹਾਂ ਨਾਲ ਮਨੁੱਖ ਕੀ ਹੈ ਉਹ ਆਪਣੀਆਂ ਇੱਛਾਵਾਂ ਤੇ ਕਾਬੂ ਪਾ ਸਕਦਾ। ਸੋ ਇਹ 4 ਗ੍ਰੇਟ ਟਰੁੱਥ ਨੇ ਜੋ ਮਹਾਤਮਾ ਬੁੱਧ ਜੀ ਨੇ ਦੱਸੇ। ਮਹਾਤਮਾ ਬੁੱਧ ਜੀ ਸਨ ਜੋ ਉਹ ਨਿਰਵਾਣ ਦੇ ਵਿੱਚ ਯਕੀਨ ਰੱਖਦੇ ਸਨ, ਮਤਲਬ ਇੱਕ ਐਨਲਾਈਟਮੈਂਟ ਦੇ ਵਿੱਚ ਯਕੀਨ ਰੱਖਦੇ ਸਨ। ਉਹਨਾਂ ਦਾ ਮੰਨਣਾ ਇਹ ਸੀ ਕਿ ਅਗਰ ਕੋਈ ਮਨੁੱਖ ਗਿਆਨ ਦੀ ਪ੍ਰਾਪਤੀ ਕਰ ਲੈਂਦਾ ਤਾਂ ਉਹ ਬਰਥ, ਡੈਥ ਔਰ ਰੀਬਰਥ ਦੇ ਜੋ ਸਾਈਕਲ ਹੈ ਉਸ ਤੋਂ ਬਾਹਰ ਹੋ ਜਾਂਦਾ ਹੈ। ਤਾਂ ਬੁੱਧ ਜੀ ਮੁਤਾਬਕ ਜੋ ਆਤਮਾ ਸੀ ਉਹ ਮਿੱਥ ਸੀ, ਮਤਲਬ ਇੱਕ ਕਲਪਨਾ ਹੈ। ਜੋ ਆਤਮਾ ਹੈ ਉਹ ਇੱਕ ਕਲਪਨਾ ਹੈ ਤੇ ਉਹ ਇੱਕ ਕਰਮ ਦੇ ਵਿੱਚ ਯਕੀਨ ਰੱਖਦੇ ਸਨ। ਉਸ ਤੋਂ ਬਾਅਦ ਆਖਰੀ ਸਤੰਭ ਆਉਂਦਾ ਹੈ ਜੀ ਬੁੱਧਿਜ਼ਮ ਦਾ, ਜਿਸ ਨੂੰ ਸੰਘ ਕਿਹਾ ਜਾਂਦਾ ਹੈ। ਇਸ ਦੇ ਵਿੱਚ ਜੋ ਮਹਾਤਮਾ ਬੁੱਧ ਦੀ ਮੌਤ ਤੋਂ ਬਾਅਦ ਜੋ ਰਾਜੇ ਸੀ ਉਹਨਾਂ ਨੇ ਬੁੱਧ ਧਰਮ ਦੇ ਪ੍ਰਚਾਰ ਲਈ ਹੈ ਜੋ ਕੁਛ ਕੀਤਾ, ਇਸ ਦੇ ਵਿੱਚ ਉਹ ਆਉਂਦਾ। ਇਸ ਦੇ ਵਿੱਚ ਸਭ ਤੋਂ ਜੋ ਇੰਪੋਰਟੈਂਟ ਹੈ, ਪੇਪਰ ਦੇ ਵਿੱਚ ਵਾਰ-ਵਾਰ ਇਹ ਚੀਜ਼ ਹੈ ਜੋ ਉਹ ਆਉਂਦੀ ਵੀ ਰਹਿੰਦੀ ਹੈ, ਜਿਸ ਵਿੱਚੋਂ ਹੈ ਜੋ ਹੈ ਬੁੱਧਿਸਟ ਕਾਉਂਸਿਲ। ਫਸਟ ਬੁੱਧਿਸਟ ਕਾਉਂਸਿਲ ਹੈ ਜੀ ਉਹ ਹੋਈ ਸੀ ਰਾਜਗ੍ਰਹਿ ਦੇ ਵਿੱਚ 483 BC ਦੇ ਵਿੱਚ, ਜਿਸ ਦਾ ਜੋ ਚੇਅਰਮੈਨ ਸੀ ਉਹ ਸੀ ਮਹਾਕਸ਼ਪ, ਔਰ ਉਸ ਟਾਈਮ ਜੋ ਰਾਜਾ ਸੀ ਉਹ ਸੀ ਅਜਾਤਸ਼ਤਰੂ। ਉਸਨੇ ਕਰਵਾਈ ਸੀ ਇਹ ਫਸਟ ਕਾਉਂਸਿਲ ਸੀ। ਜੋ ਅਜਾਤਸ਼ਤਰੂ ਹਰਿਆਣਕਾ ਡਾਇਨਾਸਟੀ ਮਗਧ ਅੰਪਾਇਰ ਦੇ ਵਿੱਚ ਸੀ ਜੋ ਉਸਦਾ ਰਾਜਾ ਸੀ। ਇਸ ਫਸਟ ਕਾਉਂਸਿਲ ਦੇ ਵਿੱਚ ਕੀ ਹੋਇਆ ਜੀ, ਜੋ ਬੁੱਧ ਧਰਮ ਦੇ ਵਿੱਚ ਜੋ ਉਹਨਾਂ ਦੀਆਂ ਟੀਚਿੰਗ ਸੀਗੀਆਂ ਉਹਨਾਂ ਨੂੰ 2 ਪਿਤਾਕਸ ਦੇ ਵਿੱਚ ਵੰਡ ਦਿੱਤਾ ਗਿਆ। ਇਹ ਆਪਾਂ ਜੋ ਅੱਗੇ ਪਿਤਾਕਸ ਨੇ ਟੋਟਲ 3 ਨੇ, ਇਹ ਅੱਗੇ ਆਪਾਂ ਇਹਨਾਂ ਨੂੰ ਪੜਾਂਗੇ ਡਿਟੇਲ ਦੇ ਵਿੱਚ। ਤਾਂ ਇੱਕ ਜੋ ਫਸਟ ਸੀ ਉਹ ਸੀ ਵਿਨੇ ਪਿਤਾਕ ਜੋ ਕਿ ਉਪਲੀ ਨੇ ਲਿਖਿਆ ਜੀ। ਸੈਕਿੰਡ ਸੀ ਜੀ ਸੁੱਤ ਪਿਤਾਕ ਜਿਸ ਨੂੰ ਆਨੰਦ ਨੇ ਲਿਖਿਆ ਜੀ। ਨੈਕਸਟ ਸੈਕਿੰਡ ਬੁੱਧਿਸਟ ਕਾਉਂਸਿਲ ਹੈ ਜੀ ਉਹ ਜੋ ਹੋਈ ਵੈਸ਼ਾਲੀ ਦੇ ਵਿੱਚ 383 BC, ਜਿਸ ਦਾ ਚੇਅਰਮੈਨ ਸੀ ਜੋ ਸਬਾਕਮੀ ਸੀ, ਔਰ ਉਸ ਟਾਈਮ ਜੋ ਰਾਜਾ ਸੀ ਜਿਸਨੇ ਇਹ ਸੈਕਿੰਡ ਬੁੱਧਿਸਟ ਕਾਉਂਸਿਲ ਹੈ ਜੋ ਕਰਵਾਈ ਉਸ ਦਾ ਨਾਮ ਸੀ ਕਾਲ ਅਸ਼ੋਕ। ਉਹ ਸ਼ਿਸ਼ੂਨਾਗ ਡਾਇਨਾਸਟੀ ਦੇ ਨਾਲ ਬਿਲੋਂਗ ਕਰਦੇ ਸਨ। ਇਸ ਤੋਂ ਬਾਅਦ ਥਰਡ ਕਾਉਂਸਿਲ ਹੈ ਜੀ ਜੋ ਕਿ ਪਾਟਲੀਪੁੱਤਰ ਦੇ ਵਿੱਚ ਹੋਈ, ਮਾਡਰਨ ਪਟਨਾ ਜੀ। ਇਹ ਹੋਈ 250 BC ਦੇ ਵਿੱਚ। ਇਸ ਦਾ ਚੇਅਰਮੈਨ ਸੀ ਜੋ ਉਹ ਮੋਗਲੀਪੁੱਤਿਸਾ ਸੀ, ਔਰ ਉਸ ਟਾਈਮ ਜੋ ਰਾਜਾ ਸੀ ਜਿਸਨੇ ਥਰਡ ਬੁੱਧਿਸਟ ਕਾਉਂਸਿਲ ਹੈ ਜੋ ਕਰਵਾਈ ਉਸ ਦਾ ਨਾਮ ਸੀ ਅਸ਼ੋਕ, ਔਰ ਉਹ ਮੌਰਿਆ ਡਾਇਨਸਟੀ ਨਾਲ ਬਿਲੋਂਗ ਕਰਦੇ ਸਨ। ਇਸ ਦੇ ਵਿੱਚ ਜੋ ਤੀਸਰੀ ਪਿਤਾਕਾ ਸੀ ਉਹਨਾਂ ਦੀ ਮਤਲਬ ਜੋ ਟੀਚਿੰਗਸ ਦਾ ਜੋ ਥਰਡ ਪਾਰਟ ਸੀ ਉਹ ਲਿਖਿਆ ਗਿਆ, ਜਿਸ ਨੂੰ ਅਭਿਧਾਮਾ ਪਿਤਾਕਾ ਕਿਹਾ ਜਾਂਦਾ। ਉਹ ਪਾਲੀ ਲੈਂਗੁਏਜ ਦੇ ਵਿੱਚ ਲਿਖਿਆ ਗਿਆ। ਤਾਂ ਆਖਰੀ ਬੁੱਧਿਸਟ ਕਾਉਂਸਿਲ ਹੋਈ ਸੀ ਜੀ ਉਹ ਹੋਈ ਸੀ ਕਸ਼ਮੀਰ, ਜਿਸ ਨੂੰ ਕੁੰਡਲਵਨ ਕਿਹਾ ਜਾਂਦਾ ਜੀ, ਔਰ ਇਹ 72 AD ਦੇ ਵਿੱਚ ਹੋਈ। ਇਸ ਦਾ ਜੋ ਚੇਅਰਮੈਨ ਸੀ ਉਹ ਸੀ ਵਸੂਮਿਤਰਾ। ਇਸ ਦੇ ਵਿੱਚ ਜੋ ਵਾਈਸ ਚੇਅਰਮੈਨ ਸੀ ਉਹ ਸੀ ਅਸ਼ਵ ਘੋਸ਼, ਜਿਨ੍ਹਾਂ ਨੇ ਬੁੱਧ ਦੀ ਬਾਇਓਗ੍ਰਾਫੀ ਲਿਖੀ ਸੀ ਬੁੱਧ ਚਰਿੱਤਰ। ਔਰ ਉਸ ਸਮੇਂ ਜੋ ਰਾਜਾ ਸੀ ਉਹ ਸੀ ਕਨਿਸ਼ਕ, ਕੋਸ਼ਾਨ ਡਾਇਨਸਟੀ ਦਾ। ਔਰ ਜੋ ਉਸ ਸਮੇਂ ਕੀ ਹੋਇਆ ਕਿ ਬੁੱਧ ਧਰਮ ਸੀ ਉਹ 2 ਹਿੱਸਿਆਂ ਦੇ ਵਿੱਚ ਵੰਡਿਆ ਗਿਆ, ਮਹਾਯਾਨ ਔਰ ਹੀਨਯਾਨ। ਸੋ ਹੁਣ ਆਪਾਂ ਗੱਲ ਕਰਦੇ ਹਾਂ ਜੀ ਮਹਾਯਾਨ ਔਰ ਹੀਨਯਾਨ ਦੀ। ਜੋ ਮਹਾਯਾਨ ਸਨ ਉਹ
ਬੁੱਧ ਦੀ ਮੂਰਤੀ ਪੂਜਾ ਦੇ ਵਿੱਚ ਯਕੀਨ ਰੱਖਦੇ ਸਨ। ਪਰ ਜੋ ਹੀਨਯਾਨ ਸਨ ਉਹ ਆਈਡਲ ਵਰਸ਼ਿਪ ਮਤਲਬ ਉਹ ਮੂਰਤੀ ਪੂਜਾ ਨਹੀਂ ਕਰਦੇ ਸਨ, ਉਹ ਸਿਰਫ ਉਹਨਾਂ ਦੀਆਂ ਸਿੱਖਿਆਵਾਂ ਸਨ ਜੋ ਉਹ ਉਹਨਾਂ ਨੂੰ ਮੰਨਦੇ ਸਨ। ਉਹ ਮੂਰਤੀ ਪੂਜਾ ਦੇ ਵਿੱਚ ਹੀਨਯਾਨ ਸਨ ਜੋ ਉਹ ਯਕੀਨ ਨਹੀਂ ਰੱਖਦੇ ਸਨ। ਜੋ ਮਹਾਯਾਨ ਸਨ ਉਹ ਬੁੱਧ ਨੂੰ ਗੋਡ ਮੰਨਦੇ ਸਨ, ਮਤਲਬ ਪਰਮਾਤਮਾ ਮੰਨਦੇ ਸਨ। ਬਟ ਜੋ ਹੀਨਯਾਨ ਨਾਲ ਸੰਬੰਧਿਤ ਸਨ ਉਹ ਸਿਰਫ ਬੁੱਧ ਨੂੰ ਇੱਕ ਨੋਰਮਲ ਪਰਸਨ ਮਤਲਬ ਇੱਕ ਆਮ ਆਦਮੀ ਮੰਨਦੇ ਸਨ। ਤਾਂ ਮਹਾਯਾਨ ਨਾਲ ਜੋ ਸੰਬੰਧਿਤ ਲੋਕ ਸਨ ਉਹ ਇਹ ਮੰਨਦੇ ਸਨ ਕਿ ਜੋ ਸਾਲਵੇਸ਼ਨ ਮਤਲਬ ਜੋ ਗਿਆਨ ਦੀ ਪ੍ਰਾਪਤੀ ਹੈ ਉਹ ਸਿਰਫ ਪਰਮਾਤਮਾ ਦੀ ਮਰਜ਼ੀ ਨਾਲ ਹੀ ਹੋ ਸਕਦੀ ਹੈ। ਬਟ ਜੋ ਹੀਨਯਾਨ ਨਾਲ ਸੰਬੰਧਿਤ ਲੋਕ ਸਨ ਉਹਨਾਂ ਦੀ ਜੋ ਸੀ ਕਿ ਕਰਮ ਨਾਲ ਹੀ ਕੀ ਸੀ, ਕਰਮ ਅਤੇ ਹਾਰਡ ਵਰਕ ਨਾਲ ਹੀ ਜੋ ਸਾਲਵੇਸ਼ਨ ਆ ਉਹ ਅਚੀਵ ਕੀਤੀ ਜਾ ਸਕਦੀ ਹੈ। ਮਤਲਬ ਜੋ ਗਿਆਨ ਦੀ ਪ੍ਰਾਪਤੀ ਉਹ ਹਾਰਡ ਵਰਕ ਅਤੇ ਸਹੀ ਤਰੀਕੇ ਨਾਲ ਕੰਮ ਕਰਕੇ ਹੀ ਪ੍ਰਾਪਤੀ ਉਸਦੀ ਕੀਤੀ ਜਾ ਸਕਦੀ ਹੈ। ਇਸ ਤੋਂ ਬਾਅਦ ਇੱਕ ਤੀਸਰਾ ਪਾਰਟ ਬਣਿਆ ਮਹਾਯਾਨ ਤੇ ਹੀਨਯਾਨ ਤੋਂ ਬਾਅਦ, ਇਹ ਕਾਫੀ ਬਾਅਦ ਚੋਂ ਬਣਿਆ, 8ਵੀਂ ਸੈਂਚੁਰੀ ਦੇ ਵਿੱਚ ਬਣਿਆ ਇਹ ਵਜਰਯਾਨ। ਇਹਨਾਂ ਦੀ ਸੋਚ ਸੀ ਜੋ ਉਹ ਇਹ ਸੀ ਕਿ ਜੋ ਵਜਰ ਮੀਨਸ ਹੈ ਮੈਜੀਕਲ ਪਾਵਰਸ, ਵਜਰ ਸ਼ਬਦ ਦਾ ਮਤਲਬ ਹੀ ਮੈਜੀਕਲ ਪਾਵਰਸ ਹੈ, ਮਤਲਬ ਸ਼ਕਤੀਆਂ ਨਾਲ। ਔਰ ਇਹਨਾਂ ਦਾ ਇਹ ਮੰਨਣਾ ਸੀ ਕਿ ਜੋ ਗਿਆਨ ਦੀ ਪ੍ਰਾਪਤੀ ਹੈ ਉਹ ਸ਼ਕਤੀਆਂ ਨਾਲ ਹੈ ਉਹ ਪ੍ਰਾਪਤ ਕੀਤੀ ਜਾ ਸਕਦੀ ਹੈ। ਸੋ ਨੈਕਸਟ ਹੈ ਜੀ ਲੈਂਗੁਏਜ। ਉਸ ਟਾਈਮ ਜੋ ਬੁੱਧਿਜ਼ਮ ਦੇ ਵਿੱਚ ਜੋ ਲੈਂਗੁਏਜ ਸੀ ਉਹ ਕਿਹੜੀ ਯੂਜ਼ ਕੀਤੀ ਜਾਂਦੀ ਸੀ। ਇਹ ਕੁਐਸਚਨ ਬਹੁਤ ਵਾਰ ਜੋ ਹੈ ਪੇਪਰ ਦੇ ਵਿੱਚ ਰਿਪੀਟ ਹੋ ਚੁੱਕਿਆ ਹੈ। ਪਾਲੀ ਲੈਂਗੁਏਜ ਬੁੱਧਿਜ਼ਮ ਦੇ ਦੌਰਾਨ ਯੂਜ਼ ਕੀਤੀ ਜਾਂਦੀ ਸੀ। ਉਸ ਤੋਂ ਬਾਅਦ ਆਉਂਦਾ ਜੀ ਬੁੱਧਿਸਟ ਲਿਟਰੇਚਰ। ਪਿੱਛੇ ਆਪਾਂ ਜਿਵੇਂ ਕਿ ਦੇਖ ਚੁੱਕੇ ਹਾਂ ਕਿ 3 ਪਿਤਾਕਾਸ ਨੇ, ਮਤਲਬ 3 ਫੋਲਡ ਬਾਸਕੇਟਸ ਵੀ ਕਿਹਾ ਜਾਂਦਾ ਉਹਨਾਂ ਨੂੰ, 3 ਪਿਤਾਕਾਸ ਨੂੰ। ਹੁਣ ਇੱਥੇ ਮਤਲਬ 3 ਫੋਲਡ ਬਾਸਕੇਟਸ ਦਾ ਮਤਲਬ ਕੀ ਹੈਗਾ। ਜੋ ਪਿਤਾਕਾ ਹੈ ਇਹ ਇੱਕ ਪੱਤੇ ਹੁੰਦੇ ਸੀ ਜੀ, ਤਾਰ ਪੱਤੇ, ਕਾਫੀ ਵੱਡੇ ਹੁੰਦੇ ਨੇ ਇਹ। ਇਹਨਾਂ ਦੇ ਉੱਪਰ ਕੀ ਸੀ, ਜੋ ਮਹਾਤਮਾ ਬੁੱਧ ਦੀਆਂ ਸਿੱਖਿਆਵਾਂ ਸੀ, ਟੀਚਿੰਗਸ ਸੀ, ਉਹਨਾਂ ਨੂੰ ਲਿਖਿਆ ਜਾਂਦਾ ਸੀ ਔਰ ਇੱਕ ਬਾਸਕੇਟ ਦੇ ਵਿੱਚ ਸੀ ਉਹ ਪਾ ਕੇ ਰੱਖਿਆ ਜਾਂਦਾ ਸੀ। ਤਾਂ ਇਸੇ ਕਰਕੇ ਇਹਨਾਂ ਨੂੰ 3 ਫੋਲਡ ਬਾਸਕੇਟਸ ਕਿਹਾ ਜਾਂਦਾ ਸੀ। ਸੋ ਜੋ ਫਸਟ ਹੈ ਵਿਨੇ ਪਤਾਕ, ਉਸ ਦੇ ਵਿੱਚ ਜੋ ਬੁੱਧਿਸਟ ਮੋਨੈਸਟਰੀਜ਼ ਮਤਲਬ ਜਿੱਥੇ ਜੋ ਬੁੱਧਿਸਟ ਨਾਲ ਸੰਬੰਧਿਤ ਲੋਕ ਨੇ ਉਹ ਰਹਿੰਦੇ ਨੇ, ਉੱਥੇ ਕੀ ਡਿਸਿਪਲਿਨਸ ਨੇ, ਕੀ ਰੂਲਸ ਚੱਲਦੇ ਨੇ, ਉਹਨਾਂ ਦਾ ਹੈ ਜੋ ਉਹ ਜ਼ਿਕਰ ਹੈ। ਸੈਕਿੰਡ ਹੈ ਜੀ ਸੁੱਤ ਪਿਤਾਕ। ਇਹ ਜੋ ਤਿੰਨੇ ਪਿਤਾਕ ਨੇ ਉਹਨਾਂ ਦੇ ਵਿੱਚੋਂ ਸਭ ਤੋਂ ਵੱਡੀ ਹੈ। ਇਸ ਦੇ ਵਿੱਚ ਜੋ ਮਹਾਤਮਾ ਬੁੱਧ ਦੇ ਜੋ ਉਪਦੇਸ਼ ਨੇ, ਬੁੱਧਾ ਸੈਰਮਨ ਨੇ, ਉਹਨਾਂ ਦਾ ਹੈ ਜੋ ਕਲੈਕਸ਼ਨ ਹੈ, ਮਤਲਬ ਉਹਨਾਂ ਦਾ ਜ਼ਿਕਰ ਕੀਤਾ ਹੋਇਆ ਸਾਰਿਆਂ ਦਾ। ਲਾਸਟ ਹੈ ਜੀ ਅਭਿਧਾਮ ਪਿਤਾਕ। ਇਸ ਦੇ ਵਿੱਚ ਜੋ ਬੁੱਧਿਸਟ ਰਿਲੀਜਨ ਦੀਆਂ ਜੋ ਪ੍ਰਿੰਸੀਪਲਸ ਨੇ, ਮਤਲਬ ਜੋ ਇਹਨਾਂ ਦੀਆਂ ਫਿਲਾਸਫੀਜ਼ ਨੇ, ਉਹਨਾਂ ਦਾ ਜ਼ਿਕਰ ਕੀਤਾ ਹੋਇਆ ਹੈ। ਨੈਕਸਟ ਹੈ ਜੀ ਜਕਾਤਾ ਸਟੋਰੀਜ਼। ਜੋ ਬੁੱਧ ਦੇ ਜਨਮ ਨਾਲ ਆਧਾਰਿਤ ਜੋ ਸਟੋਰੀਆਂ ਹਨ ਉਹ ਜਤਾਕਾ ਸਟੋਰੀਜ਼ ਦੇ ਵਿੱਚ ਹਨ। ਲਾਸਟ ਹੈ ਜੀ ਆਪਣਾ ਬਾਇਓਗ੍ਰਾਫੀ। ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਜੀ। ਜੋ ਮਹਾਤਮਾ ਬੁੱਧ ਦੀ ਬਾਇਓਗ੍ਰਾਫੀ ਸੀ ਉਹ ਸੀ ਬੁੱਧ ਚਰਿਤ, ਜਿਸ ਨੂੰ ਅਸ਼ਵਘੋਸ਼, ਜੋ ਕਿ 4th ਬੁੱਧਿਸਟ ਕਾਉਂਸਿਲ ਦੇ ਵਿੱਚ ਵਾਈਸ ਪ੍ਰੈਜ਼ੀਡੈਂਟ ਸਨ। ਇੱਕ ਮਹਾਤਮਾ ਬੁੱਧ ਨਾਲ ਰਿਲੇਟਡ ਹੈ ਜੋ ਉਹ ਬੁੱਕ ਲਿਖੀ ਗਈ ਹੈ ਲਾਈਟ ਆਫ ਏਸ਼ੀਆ, ਜਿਸ ਨੂੰ ਐਡਮਿਨ ਐਡਨੋਡ ਨੇ ਲਿਖਿਆ ਹੈ, ਜੋ ਕਿ 1879 ਦੇ ਵਿੱਚ ਲਿਖੀ ਗਈ ਹੈ। ਸੋ ਇਹ ਸੀ ਜੀ ਆਪਣਾ ਅੱਜ ਦਾ ਬੁੱਧਿਜ਼ਮ ਦਾ ਟੌਪਿਕ। ਸੋ ਉਮੀਦ ਹੈ ਤੁਹਾਨੂੰ ਵਧੀਆ ਤਰੀਕੇ ਨਾਲ ਸਮਝ ਆ ਗਿਆ ਹੋਣਾ। ਤਾਂ ਅੱਜ ਦਾ ਆਪਣੇ ਟੌਪਿਕ ਦੇ ਵਿੱਚੋਂ ਇੱਕ ਕੁਐਸਚਨ ਹੈ ਜੀ, ਜੋ ਬੁੱਧਿਜ਼ਮ ਦੇ ਵਿੱਚ ਕਿਸ ਲੈਂਗੁਏਜ ਦਾ ਇਸਤੇਮਾਲ ਕੀਤਾ ਜਾਂਦਾ ਸੀ। ਔਰ ਸੈਕਿੰਡ ਕੁਐਸਚਨ ਹੈ ਜੀ ਕਿ ਜੋ ਮਹਾਤਮਾ ਬੁੱਧ ਸਨ ਉਹ ਕਿਸ ਕਬੀਲੇ ਨਾਲ ਬਿਲੋਂਗ ਕਰਦੇ ਸਨ। ਸੋ ਤੁਸੀਂ ਜੋ ਇਹ ਵੀਡੀਓ ਦੇਖੀ ਹੈ, ਲੈਕਚਰ ਦੇਖਿਆ ਆਪਣਾ, ਇਸ ਦੇ ਵਿੱਚ ਹੀ ਇਹਨਾਂ ਦੋਨਾਂ ਜੋ ਕੁਐਸਚਨ ਦੇ ਜਵਾਬ ਹਨ। ਸੋ ਮਿਲਦੇ ਹਾਂ ਜੀ ਆਪਣੇ ਨੈਕਸਟ ਕਲਾਸ ਦੇ ਵਿੱਚ, ਜਿਸ ਦੇ ਵਿੱਚ ਆਪਾਂ ਜੈਨਿਜ਼ਮ ਨੂੰ ਕਵਰ ਕਰਾਂਗੇ। ਥੈਂਕ ਯੂ।